एक जैनुअन जी मंग आ पंजाब नूं बचाउण दी मंग आ, पंजाब दी खेती नूं बचाउण दी मंग आ, पंजाब दी किसानी नूं, पंजाब दे किसान नूं बचाउण दी मंग आ। ਅਸੀਂ ਐਗਰੀਕਲਚਰ ਟੈਕਨੋਕ੍ਰੇਟਸ ਦੀ ਭਰਤੀ ਦੀ ਮੰਗ ਕਰ ਰਹੇ ਹਾਂ। ਜਿਹੜੀਆਂ ਯੂਨੀਵਰਸਿਟੀ ਤੁਸੀਂ ਵੇਖ ਰਹੇ ਹੋ, ਪਹਿਲੀ ਗੱਲ ਤਾਂ ਪਿਛਲੇ 1.5 ਸਾਲ ਤੋਂ ਇਹਦਾ ਵੀਸੀ ਕੋਈ ਨਹੀਂਗਾ। ਇੱਕੋ ਇੱਕ ਮਾਨ ਸਰਕਾਰ ਛੋਟੀ ਜਿਹੀ ਮੰਗ ਆ, ਤੁਸੀਂ ਤਾਂ ਹਰੇਕ ਪਿੰਡ 'ਚ 2 ਬੰਦੇ ਰੱਖਣ ਦੀ ਗੱਲ ਕਰਦੇ ਸੀ, ਅਸੀਂ ਤਾਂ ਸਿਰਫ 500-600 ਏਡੀਓ ਦੀ ਪੋਸਟ ਖਾਲੀ ਆ, ਕੋਈ 400-500 ਐਚਡੀਓ ਦੀ ਸਬ ਇੰਸਪੈਕਟਰ ਦੀ 350 ਪੋਸਟ ਖਾਲੀ ਆ, 100 ਕੁ ਪੋਸਟ ਭੂਮੀ ਵਿਕਾਸ ਅਫਸਰ ਦੀ ਖਾਲੀ, ਇਕੱਲੀ ਉਹੀ ਭਰ ਦਿਓ। ਪਹਿਲਾ ਦਿਨ ਅਸੀਂ ਸਬਜ਼ੀ ਦੀ ਰੇਹੜੀ ਲਾਈ, ਉਹੀ ਪੱਕੀ ਕਰਤੀ ਆ। ਰੋਜ਼ ਅਸੀਂ ਯੂਨੀਵਰਸਿਟੀ ਤੋਂ ਸਬਜ਼ੀ ਖਰੀਦਦੇ ਹਾਂ, ਠੀਕ ਹੈ। ਇੱਥੇ ਲੋਕ ਸਾਡੇ ਕੋਲ ਲੈਂਦੇ ਆ, ਅਸੀਂ ਸਬਜ਼ੀ ਵੇਚਦੇ ਹਾਂ ਜੀ। ਉਹ ਬੂਟਾਂ ਦੀ ਸਟੋਲ, ਅਸੀਂ ਐਮਐਸਸੀ ਬੀਐਸਸੀ ਪੀਐਚਡੀ ਹੋਲਡਰ ਆ। ਸਭ ਤੋਂ ਸਸਤੇ ਤੇ ਵਧੀਆ ਬੂਟ ਪਾਲਿਸ਼ 15 ਰੁਪਏ ਬੂਟ ਪਾਲਿਸ਼। ਸੈਂਟਰ ਦੀ ਸਰਕਾਰ ਨੂੰ, ਭਾਜਪਾ ਦੀ ਸਰਕਾਰ ਨੂੰ ਵੀ ਵਿਖਾ ਦਿਓ ਵੀ ਜਿਹੜੇ ਰੋਜ਼ਗਾਰ ਦੇ ਤੁਸੀਂ ਸਾਨੂੰ ਸੁਪਨੇ ਵਿਖਾਏ ਸੀ, ਉਹ ਤਾਂ ਅਸੀਂ ਸਾਕਾਰ ਕਰ ਲਏ ਆ। ਜਿਹੜੇ ਸਾਡੇ ਸੁਪਨੇ ਸੀਗੇ ਉਹਨਾਂ ਨੂੰ ਤੁਸੀਂ ਗੋਰਿਆਂ ਨੇ, ਅਸੀਂ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਲਿਆ, ਅਸੀਂ ਰੇਹੜੀਆਂ ਲਾ ਲਈਆਂ। ਜਿਹੜਾ ਐਮਐਲਏ ਐਮਪੀ ਹੁੰਦਾ ਉਹ ਇੱਕ ਵਾਰੀ 5 ਸਾਲ ਲਈ ਜਿੱਤਦਾ ਹੈ, ਤਾਂ ਉਹ 5 ਸਾਲ ਲਈ ਪੂਰੀ ਤਨਖਾਹ ਲੈ ਕੇ ਮੁੜ ਕੇ ਸਾਰੀ ਜ਼ਿੰਦਗੀ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ। ਫਿਰ ਉਹ ਆਪਣੀਆਂ ਸਹੂਲਤਾਂ ਵੀ ਛੱਡਣ, ਲੋਕਾਂ ਨੂੰ ਕਹਿੰਦੇ ਤੁਹਾਨੂੰ ਕੰਟਰੈਕਟ ਤੇ ਰੱਖਾਂਗੇ, ਲੋਕਾਂ ਲਈ ਪੱਕੀਆਂ ਨੌਕਰੀਆਂ ਹੈ ਨਹੀਂ। ਐਮਐਸਸੀ ਪੀਐਚਡੀ ਜਿਹੜੇ ਡਿਗਰੀ ਹੋਲਡਰਸ ਨੇ ਜੇ ਉਹੀ ਸੜਕਾਂ ਤੇ ਆ ਗਏ ਆ, ਫਿਰ ਇੱਥੇ ਰਹਿਣ ਦਾ ਤਾਂ ਕੋਈ ਫਾਇਦਾ ਹੈ ਨਹੀਂ। ਦੇਖੋ ਬੂਟ ਪਾਲਿਸ਼ ਹੋ ਰਹੀ ਹੈ ਨਾ, ਸਬਜ਼ੀ ਵੇਚੀ ਜਾ ਰਹੀ ਹੈ, ਅੱਜ ਚਾਹ ਦੀ ਸਟਾਲ ਵੀ ਲਾਈ ਹੈ। ਸਰਕਾਰ ਨੂੰ ਮੰਗ ਪੱਤਰ ਦਿੱਤੇ, ਪਰ ਸਰਕਾਰ ਸਾਡੀ ਬਹੁਤ ਢੀਠ ਹੈ। ਸਾਡੇ ਸਾਰੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਆਪਣੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਆ, ਕਿਤੇ ਟੀਚਰ ਲੜ ਰਹੇ ਆ, ਕਿਤੇ ਬੇਰੁਜ਼ਗਾਰ ਖੇਤੀਬਾੜੀ ਅਫਸਰ ਅਸੀਂ ਲੜ ਰਹੇ ਹਾਂਗੇ, ਪਰ ਇਹ ਸਾਡੀ ਮੰਗ ਨਹੀਂ ਮੰਨੀ ਜਾ ਰਹੀ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ ਤਾਂ ਉਹਨਾਂ ਦੇ ਵੱਲੋਂ ਪ੍ਰੋਟੈਸਟ ਲਗਾਤਾਰ ਕੀਤਾ ਜਾ ਰਿਹਾ। ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਯੂਨੀਵਰਸਿਟੀ ਦੇ ਜਿੰਨੇ ਵੀ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਬੂਟ ਪਾਲਿਸ਼ਾਂ ਕਰਕੇ ਅਤੇ ਸਬਜ਼ੀਆਂ ਦੀ ਰੇਹੜੀ ਲਗਾ ਕੇ ਤੇ ਨਾਲ ਖੋਖਾ ਲਗਾ ਕੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਆਪਣੀ ਮੰਗਾਂ ਜਿਹੜੀਆਂ ਨੇ ਉਹ ਮੰਗਾਂ ਮਨਵਾਉਣ ਦੇ ਲਈ ਲਗਾਤਾਰ ਸਰਕਾਰ ਦੇ ਅੱਗੇ ਜਿਹੜੇ ਹੈ ਗੁਹਾਰ ਲਗਾਈ ਜਾ ਰਹੀ ਹੈ। ਤਾਂ ਸਟੂਡੈਂਟਸ ਜਿਹੜੇ ਲਗਾਤਾਰ ਆਪਣੇ ਜਿਹੜੇ ਡਿਗਰੀ ਹੋਲਡਰਸ ਨੇ ਤਾਂ ਉਹਨਾਂ ਦੀਆਂ ਮੰਗਾਂ ਕੀ ਨੇ, ਗੱਲਬਾਤ ਕਰਦੇ ਆ ਵੀ ਕੀ ਮੰਗਾਂ ਕਿਹੜੀਆਂ ਨੇ ਜਿਹੜੀਆਂ ਤੁਹਾਡੀਆਂ ਵੀ ਚੌਥਾ ਦਿਨ ਹੋ ਚੁੱਕਾ ਪ੍ਰੋਟੈਸਟ ਕਰਦੇ ਤੁਹਾਨੂੰ? ਚੌਥਾ ਦਿਨ ਹੋ ਗਿਆ ਸਾਨੂੰ ਹੀ ਪ੍ਰੋਟੈਸਟ ਕਰਦੇ ਨੂੰ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਐਮਐਸਸੀ ਪੀਐਸਸੀ ਪੀਐਚਡੀ ਹੋਲਡਰਸ ਆ। ਇੱਕ ਜੈਨੂਅਨ ਜੀ ਮੰਗ ਆ, ਪੰਜਾਬ ਨੂੰ ਬਚਾਉਣ ਦੀ ਮੰਗ ਆ, ਪੰਜਾਬ ਦੀ ਖੇਤੀ ਨੂੰ ਬਚਾਉਣ ਦੀ ਮੰਗ ਆ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੇ ਕਿਸਾਨ ਨੂੰ ਬਚਾਉਣ ਦੀ ਮੰਗ ਆ। ਅਸੀਂ ਐਗਰੀਕਲਚਰ ਟੈਕਨੋਕ੍ਰੇਟਸ ਦੀ ਭਰਤੀ ਦੀ ਮੰਗ ਕਰ ਰਹੇ ਹਾਂ। ਜਿਹੜੀਆਂ ਯੂਨੀਵਰਸਿਟੀ ਤੁਸੀਂ ਵੇਖ ਰਹੇ ਹੋ, ਪਹਿਲੀ ਗੱਲ ਤਾਂ ਪਿਛਲੇ 1.5 ਸਾਲ ਤੋਂ ਇਹਦਾ ਵੀਸੀ ਕੋਈ ਨਹੀਂਗਾ। ਮੇਨ ਰਿਸਰਚ ਡਾਇਰੈਕਟਰ ਰਿਸਰਚ ਨੇ ਕਰਨੀ ਹੁੰਦੀ ਆ, ਵਾਧੂ ਚਾਰਜ ਦਿੱਤਾ ਹੋਇਆ ਡਾਇਰੈਕਟਰ ਐਕਸਟੈਂਸ਼ਨ ਨੇ। ਇੱਥੋਂ ਦੀ ਸਿਫਾਰਿਸ਼ਾਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਫਾਰਮਰਸ ਤੱਕ ਪਹੁੰਚਾਉਣੀਆਂ ਹੁੰਦੀਆਂ, ਉਹ ਪੋਸਟ ਦਾ ਵਾਧੂ ਚਾਰਜ ਆ। ਇੱਕੋ ਇੱਕ ਮਾਨ ਸਰਕਾਰ ਛੋਟੀ ਜਿਹੀ ਮੰਗ ਆ, ਤੁਸੀਂ ਤਾਂ ਹਰੇਕ ਪਿੰਡ 'ਚ 2 ਬੰਦੇ ਰੱਖਣ ਦੀ ਗੱਲ ਕਰਦੇ ਸੀ, ਅਸੀਂ ਤਾਂ ਸਿਰਫ 500-600 ਏਡੀਓ ਦੀ ਪੋਸਟ ਖਾਲੀ ਆ, ਕੋਈ 400-500 ਐਚਡੀਓ ਦੀ ਸਬ ਇੰਸਪੈਕਟਰ ਦੀ 350 ਪੋਸਟ ਖਾਲੀ ਆ, 100 ਕੁ ਪੋਸਟ ਭੂਮੀ ਵਿਕਾਸ ਅਫਸਰ ਦੀ ਖਾਲੀ, ਇਕੱਲੀ ਉਹੀ ਭਰ ਦਿਓ। ਤੁਸੀਂ ਹਰੇਕ ਪਿੰਡ 'ਚ 2 ਕਹਿੰਦੇ ਸੀ, ਮੈਂ ਇੱਕ ਦੇ ਹਿਸਾਬ ਨਾਲ 12,500 ਪੋਸਟ ਬਣਦੀ ਹੈ। ਇਹ ਜਿਹੜੀ ਪੋਸਟਾਂ ਦੇ ਅਸੀਂ ਨਾ ਰਹੇ 2,000 ਪੋਸਟ ਹੀ ਨਹੀਂ ਗੀ। ਇਹ ਖੇਤੀ ਨੂੰ ਪ੍ਰਫੁੱਲਤ ਕਰਨ ਵਾਸਤੇ ਆਪਾਂ ਇਹਨਾਂ ਦਾ ਕਰ ਸਕਦੇ ਹਾਂ। ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ। ਇਹ ਸਰਕਾਰ, ਅਸੀਂ ਆਪ ਸਰਕਾਰ ਦੀ ਲੜਾਈ ਇਹ ਯੂਥ ਨੇ ਖੁਦ ਆ ਕੇ ਲੜੀ ਸੀਗੀ। ਇਹ ਸਰਕਾਰ ਯੂਥ ਦੀ ਬਣਾਈ ਹੋਈ ਆ, ਆਪਦੇ ਘਰਦਿਆਂ ਨਾਲ। ਇਹ ਜਿਹੜੇ ਟਕਸਾਲੀ ਸਾਡੇ ਘਰ ਦੇ ਸੀਗੇ ਵੀ ਅਕਾਲੀ ਟਕਸਾਲੀਆਂ ਸੀ, ਕਾਂਗਰਸੀ ਟਕਸਾਲੀ, ਉਹਨਾਂ ਨਾਲ ਲੜ ਕੇ ਹੀ ਆਪ ਸਰਕਾਰ ਬਣਾਈ ਸੀਗੀ। ਇਹ ਸਾਡੀ ਸਰਕਾਰ ਆ, ਤਾਂ ਸਾਡੀ ਸਰਕਾਰ ਤੋਂ ਅਸੀਂ ਹੁਣ ਬਗਾਨੀ ਹੁੰਦੀ ਨਜ਼ਰ ਆ ਰਹੀ ਹੈ। ਤੇ ਬੇਨਤੀ ਆ, ਪੇਸ਼ੈਂਸ ਵੇਖ ਲਓ ਤੁਸੀਂ, ਇਹ ਜਜ਼ਬਾ ਵੇਖ ਲਓ ਵਿਦਿਆਰਥੀਆਂ ਨੂੰ, ਤੁਸੀਂ ਵੇਖ ਸਕਦੇ ਹੋ ਕਿੰਨਾ ਇਕੱਠ ਆ ਇੱਥੇ। ਇਹ ਦਿਨੋਂ ਦਿਨ ਹਜੇ ਤਾਂ ਪੇਪਰ ਵੀ ਚੱਲ ਰਹੇ ਆ ਤੇ ਫਿਰ ਵੀ 24/7 ਇੱਥੇ ਪ੍ਰੋਟੈਸਟ ਹੁੰਦਾ। ਕੁੜੀਆਂ ਮੁੰਡੇ ਇਕਜੁੱਟਤਾ ਨਾਲ, ਪਿਆਰ ਨਾਲ ਸਾਰੇ ਇੱਥੇ ਇਕੱਤਰ ਹੁੰਦੇ ਆ। ਤੇ ਜਿੰਨਾ ਤਾਈਂ ਅਣਮਿੱਥੇ ਸਮੇਂ ਲਈ ਹੜਤਾਲ ਰਹੂਗੀ, ਜਿੰਨਾ ਤੱਕ ਸਰਕਾਰ ਸਾਡੀ ਮੰਗਾਂ ਪੂਰੀ ਨਹੀਂ ਕਰ ਲੈਣੀ। ਪਹਿਲੇ ਦਿਨ ਅਸੀਂ ਸਬਜ਼ੀ ਦੀ ਰੇਹੜੀ ਲਾਈ ਆ ਜੀ, ਆ ਵੇਖੋ ਤੁਸੀਂ ਕੈਮਰੇ 'ਚ ਵਿਖਾ ਸਕਦੇ ਹੋ। ਪਹਿਲਾ ਦਿਨ ਅਸੀਂ ਸਬਜ਼ੀ ਦੀ ਰੇਹੜੀ ਲਾਈ, ਉਹੀ ਪੱਕੀ ਕਰਤੀ ਆ। ਰੋਜ਼ ਅਸੀਂ ਯੂਨੀਵਰਸਿਟੀ ਤੋਂ ਸਬਜ਼ੀ ਖਰੀਦਦੇ ਹਾਂ, ਠੀਕ ਹੈ। ਇੱਥੇ ਲੋਕ ਸਾਡੇ ਕੋਲ ਲੈਂਦੇ ਆ, ਅਸੀਂ ਸਬਜ਼ੀ ਵੇਚਦੇ ਹਾਂ ਜੀ। ਉਹ ਬੂਟਾਂ ਦੀ ਸਟੋਲ, ਅਸੀਂ ਐਮਐਸਸੀ ਬੀਐਸਸੀ ਪੀਐਚਡੀ ਹੋਲਡਰ ਆ। ਸਭ ਤੋਂ ਸਸਤੇ ਤੇ ਵਧੀਆ ਬੂਟ ਪਾਲਿਸ਼ 15 ਰੁਪਏ ਬੂਟ ਪਾਲਿਸ਼। ਅਸੀਂ ਕੱਲ੍ਹ ਦੀ ਸਟੋਲ ਖੁੱਲ੍ਹੀ ਆ, ਇੱਥੇ ਪੱਕੀਆਂ ਰਹਿਣਗੀਆਂ ਜੀ। ਅੱਜ ਅਸੀਂ ਚਾਹ ਦੀ ਸਟੋਲ ਤੁਸੀਂ ਵੇਖ ਸਕਦੇ ਹੋ। ਆਹ ਚਾਹ ਦੀ ਰੇਟ ਲਿਸਟ ਆ। ਚਾਹ 10 ਰੁਪਏ, ਬ੍ਰੈਡ ਬਟਰ, ਮੱਠੀਆਂ, ਬਿਸਕੁਟ ਸਭ ਅਸੀਂ ਇੱਥੇ ਵੇਚਾਂਗੇ। ਇੱਥੇ ਮਾਨ ਸਰਕਾਰ ਕੋਲ ਤਾਂ ਨੂੰ ਕੜਾਈ ਲਾਤੀ ਹੈ, ਕਿਉਂਕਿ ਮੋਦੀ ਸਰਕਾਰ ਨੇ ਕਿਹਾ ਸੀ ਕਿ ਪੜ੍ਹੇ ਲਿਖੇ ਯੂਥ ਨੂੰ ਕੰਮ ਕਿਉਂ ਨਹੀਂ ਮਿਲਦਾ। ਪਕੌੜੇ ਵੇਚਣਗੇ, 15-20 ਹਜ਼ਾਰ ਮਹੀਨੇ ਦਾ ਕਮਾਉਣਗੇ। ਉਹ ਦੇਖ ਲਓ ਪਕੌੜੇ ਵੇਚਣ ਲੱਗ ਗਏ। ਇਹ ਮੋਦੀ ਸਰਕਾਰ ਨੂੰ ਵੀ ਮੈਨੂੰ ਲੱਗਦਾ ਖੁਸ਼ੀ ਹੋਊਗੀ। ਆ ਮਾੜਾ ਜਿਹਾ ਮੀਡੀਆ ਵਾਲੇ ਬੰਦਿਆਂ ਨੂੰ ਬੇਨਤੀ ਹੈ ਵੀ ਵਿਖਾ ਦਿਓ। ਇਹ ਸੈਂਟਰ ਦੀ ਸਰਕਾਰ ਨੂੰ, ਭਾਜਪਾ ਦੀ ਸਰਕਾਰ ਨੂੰ ਵੀ ਵਿਖਾ ਦਿਓ ਵੀ ਜਿਹੜੇ ਰੋਜ਼ਗਾਰ ਦੇ ਤੁਸੀਂ ਸਾਨੂੰ ਸੁਪਨੇ ਵਿਖਾਏ ਸੀ, ਉਹ ਤਾਂ ਅਸੀਂ ਸਾਕਾਰ ਕਰ ਲਏ ਆ। ਜਿਹੜੇ ਸਾਡੇ ਸੁਪਨੇ ਸੀਗੇ ਉਹਨਾਂ ਨੂੰ ਤੁਸੀਂ ਗੋਰਿਆਂ ਨੇ, ਅਸੀਂ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਲਿਆ। ਅਸੀਂ ਰੇਹੜੀਆਂ ਲਾ ਲਈਆਂ, ਅਸੀਂ ਸਬਜ਼ੀਆਂ ਦੀ ਰੇਹੜੀਆਂ ਲਾ ਲਈਆਂ, ਅਸੀਂ ਪਕੌੜੇ ਕੱਢਣੇ ਸ਼ੁਰੂ ਕਰਤੇ ਆ।
ਲੇਕਿਨ ਉੱਥੇ ਗੱਲ ਕੀਤੀ ਜਾਵੇ ਕਿ ਕੰਟਰੈਕਚੁਅਲ ਬੇਸਿਸ ਤੇ ਜ਼ਿਆਦਾਤਰ ਹੁਣ ਨੌਕਰੀਆਂ ਮਿਲਦੀਆਂ ਪਈਆਂ ਨੇ, ਕੰਟਰੈਕਟ ਬੇਸ ਤੇ ਅਗਰ ਮਿਲਦੀਆਂ ਫਿਰ ਉਸ ਦਾ ਕੀ ਕੀਤਾ ਜਾਊਗਾ? ਨਹੀਂ ਕੰਟਰੈਕਟ ਤੇ ਜਦੋਂ ਮੇਰੀ ਗੱਲ ਸੁਣੋ ਜੀ, ਵੈਕੈਂਸੀ ਖਾਲੀ ਪਈਆਂ, ਵੈਕੈਂਸੀਆਂ ਕ੍ਰੀਏਟ ਕਰਨ ਦੀ ਗੱਲ ਹੀ ਨਹੀਂ ਕੀਤੀ ਗਈ। ਇਹ ਔਨ ਰਿਕਾਰਡ ਆ ਵੀ ਖੇਤੀਬਾੜੀ ਵਿਕਾਸ ਅਫਸਰ ਦੀ ਪੋਸਟ, ਉਹ ਅਸੀਂ ਪੋਸਟਰ ਵੀ ਲਾਇਆ ਜੀ, ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ, ਅਸੀਂ ਪੋਸਟਰ ਲਾਇਆ ਖੇਤੀਬਾੜੀ ਵਿਕਾਸ ਅਫਸਰ, ਬਾਗਬਾਨੀ ਵਿਕਾਸ ਅਫਸਰ, ਭੂਮੀ ਵਿਕਾਸ ਅਫਸਰ ਤੇ ਖੇਤੀਬਾੜੀ ਸਬ ਇੰਸਪੈਕਟਰ। ਜਦੋਂ ਇਹਦੀਆਂ ਸੈਂਕਸ਼ਨਡ ਪੋਸਟਾਂ ਹੈਗੀਆਂ 50% ਪੋਸਟਾਂ ਖਾਲੀ ਆ, ਤੁਸੀਂ ਕੰਟਰੈਕਚੁਅਲ ਦੀ ਗੱਲ ਕਾਹਤੋਂ ਕਰਦੇ ਹੋ? ਕੰਟਰੈਕਚੁਅਲ ਦਾ ਮੁੱਦਾ ਕਿੱਥੋਂ ਆ ਗਿਆ? ਨਾਲੇ ਸਰ ਇੱਕ ਜਿਹੜਾ ਐਮਐਲਏ ਐਮਪੀ ਹੁੰਦਾ ਉਹ ਇੱਕ ਵਾਰੀ 5 ਸਾਲ ਲਈ ਜਿੱਤਦਾ ਹੈ, ਤਾਂ ਉਹ 5 ਸਾਲ ਲਈ ਪੂਰੀ ਤਨਖਾਹ ਲੈ ਕੇ ਮੁੜ ਕੇ ਸਾਰੀ ਜ਼ਿੰਦਗੀ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ। ਫਿਰ ਉਹ ਆਪਣੀਆਂ ਸਹੂਲਤਾਂ ਵੀ ਛੱਡਣ, ਲੋਕਾਂ ਨੂੰ ਕਹਿੰਦੇ ਤੁਹਾਨੂੰ ਕੰਟਰੈਕਟ ਤੇ ਰੱਖਾਂਗੇ, ਲੋਕਾਂ ਲਈ ਪੱਕੀਆਂ ਨੌਕਰੀਆਂ ਹੈ ਨਹੀਂ। ਆਪ ਉਹ ਤੁਸੀਂ ਦੇਖੋ 5 ਸਾਲ ਫੁੱਲ ਤਨਖਾਹ ਲੈ ਕੇ ਫਿਰ ਸਾਰੀ ਜ਼ਿੰਦਗੀ ਤੁਸੀਂ ਉਹਨਾਂ ਨੂੰ ਜੇ ਕੋਈ ਪੁੱਛੇ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਆ। ਜੇ ਲੋਕਾਂ ਦੀ ਸੇਵਾ ਕਰਨ ਆਏ ਆ ਫਿਰ ਤਨਖਾਹ ਕਿਉਂ ਲੈਂਦੇ ਆ? ਮੁਫਤ ਸੇਵਾ ਕਰਨ ਫਿਰ ਲੋਕਾਂ ਦੀ। ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਦਿਖਾ ਰਿਹਾ ਤੁਹਾਨੂੰ, ਜਿੱਥੇ ਸਟੂਡੈਂਟਸ ਜਿਹੜੇ ਆ PhD ਹੋਲਡਰਸ ਨੇ ਤਾਂ ਉਹ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਪ੍ਰੋਟੈਸਟ ਜਿਹੜੇ ਕੀਤੇ ਜਾ ਰਹੇ ਨੇ। ਲੇਕਿਨ ਮੰਗ ਇਹੀ ਹੈ ਕਿ ਭਰਤੀਆਂ ਜਿਹੜੀਆਂ ਅਗਰ ਕੀਤੀਆਂ ਜਾ ਰਹੀਆਂ ਨੇ, ਬਹੁਤ ਸਾਰੇ ਵੈਕੈਂਸੀਜ਼ ਜਿਹੜੀਆਂ ਖਾਲੀ ਪਈਆਂ ਨੇ, ਤਾਂ ਉਹ ਵੈਕੈਂਸੀਜ਼ ਜਿਹੜੀਆਂ ਨੇ ਉਹ ਭਰੀਆਂ ਜਾਣ। ਤਾਂ ਸਟੂਡੈਂਟਸ ਨਾਲ ਗੱਲਬਾਤ ਕਰਦੇ ਆ। ਮੈਮ ਲਗਾਤਾਰ ਵੈਕੈਂਸੀਜ਼ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਜ਼ਰੂਰ ਕੀਤਾ ਜਾਂਦਾ, ਲੇਕਿਨ ਵੈਕੈਂਸੀਜ਼ ਭਰੀਆਂ ਨਹੀਂ ਜਾ ਰਹੀਆਂ, ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਭਰੀਆਂ ਜਾ ਰਹੀਆਂ ਹੈਗੀਆਂ? ਬਿਕਾਜ਼ ਸਰਕਾਰ ਦਾ ਨਾ ਜਿਹੜਾ ਧਿਆਨ ਹੀ ਨਹੀਂ ਹੈਗਾ ਯੂਥ ਵੱਲ। ਦੇਖੋ ਜਿੰਨੀ ਯੂਥ ਹੈਗੀ ਹੈ, ਪਹਿਲਾਂ ਤਾਂ ਮੋਸਟ ਆਫ ਦਾ ਜਿੰਨੇ ਸਾਡਾ ਬੈਚ ਸੀ ਨਾ BSc ਦਾ, ਉਹ ਤੋਂ ਅੱਧਾ ਜ਼ਿਆਦਾ ਬਾਹਰ ਚਲਾ ਗਿਆ। ਰੈਸਟ ਆਫ ਦਾ ਸਟੂਡੈਂਟਸ ਆਰ ਡੂਇੰਗ MSc ਹੀਅਰ, ਹੈ ਨਾ, MSc ਕਰ ਰਹੇ ਆ। ਹੁਣ ਜਿਸ ਹਿਸਾਬ ਨਾਲ ਸਰਕਾਰ ਸਾਡੀ ਗੱਲ ਵੱਲ ਗੌਰ ਹੀ ਨਹੀਂ ਕਰ ਰਹੀ, ਤਾਂ ਮੈਨੂੰ ਨਹੀਂ ਲੱਗਦਾ ਕਿ MSc ਕਰਨ ਤੋਂ ਬਾਅਦ ਵੀ ਜਿਹੜੇ ਸਟੂਡੈਂਟਸ ਆ ਉਹ ਇੱਥੇ ਰਹਿਣਾ ਪਸੰਦ ਕਰਨਗੇ। ਤੁਸੀਂ ਵੇਖੋ ਕਿ ਹਾਲ ਕੀ ਹੋ ਗਿਆ, ਜਿਹੜੇ ਆ ਰਿਸਰਚ ਜਿਹੜੇ ਸਾਇੰਟਿਸਟ ਹੈਗੇ ਆ, ਹੈ ਨਾ, MSc PhD ਜਿਹੜੇ ਡਿਗਰੀ ਹੋਲਡਰਸ ਨੇ, ਜੇ ਉਹੀ ਸੜਕਾਂ ਤੇ ਆ ਗਏ ਆ, ਫਿਰ ਇੱਥੇ ਰਹਿਣ ਦਾ ਤਾਂ ਕੋਈ ਫਾਇਦਾ ਹੈ ਨਹੀਂ। ਦੇਖੋ ਬੂਟ ਪਾਲਿਸ਼ ਹੋ ਰਹੀ ਹੈ ਨਾ, ਸਬਜ਼ੀ ਵੇਚੀ ਜਾ ਰਹੀ ਹੈ, ਅੱਜ ਚਾਹ ਦੀ ਸਟਾਲ ਵੀ ਲਾਈ ਹੈ। ਜੇ ਆਹੀ ਕੁਝ ਕਰਨਾ ਉਹ ਵੀ ਅਸੀਂ, ਜੇ ਯੂਥ ਨੇ, ਜੇ ਪੜ੍ਹੀ ਲਿਖੀ ਯੂਥ ਆਹੀ ਕੰਮਾਂ ਤੇ ਆ ਗਈ, ਫਿਰ ਯੂਥ ਦਾ ਜਿਹੜਾ ਫਿਊਚਰ ਹੈ ਉਹ ਤਾਂ ਸਿਕਿਉਰ ਹੈ ਹੀ ਨਹੀਂ। ਯੂਥ ਕਿਉਂ ਇੱਥੇ ਰਹਿਣਾ ਪਸੰਦ ਕਰੂਗੀ? ਜੇ ਸਰਕਾਰ ਦੇ ਕੰਨ ਤੇ ਹਜੇ ਵੀ ਕੋਈ ਜੂੰ ਨਹੀਂ ਨਾ ਸਰਕਰੀ ਹੈਗੀ, ਫਿਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਪੜ੍ਹੀ ਲਿਖੀ ਯੂਥ ਹੈ ਨਾ, ਸਰਕਾਰ ਇਹ ਵੀ ਮਤਲਬ ਹੱਥੋਂ ਖੋ ਦੂਗੀ ਇਸ ਯੂਥ ਨੂੰ, ਇਸ ਪੜ੍ਹੀ ਲਿਖੀ ਯੂਥ ਨੂੰ। ਤੁਹਾਨੂੰ ਕੀ ਲੱਗਦਾ ਕਿ ਇਹੀ ਰੀਜ਼ਨ ਹੋ ਸਕਦਾ ਹੈ ਕਿ ਜਿਹੜੇ ਨੌਕਰੀਆਂ ਨਹੀਂ ਮਿਲਦੀਆਂ, ਇਸੇ ਕਰਕੇ ਯੂਥ ਜਿਹੜਾ ਬਾਹਰਲੇ ਕੰਟਰੀਆਂ ਦੇ ਵਿੱਚ ਜਾ ਕੇ ਪਸੰਦ ਕਰਦੇ ਨੇ ਪੜ੍ਹਨਾ? ਹਾਂਜੀ ਟੋਟਲੀ, ਮਤਲਬ ਅਗਰ ਜਿੱਦਾਂ ਗਵਰਨਮੈਂਟ ਆ ਸਾਨੂੰ ਮਤਲਬ ਪੜ੍ਹੇ ਲਿਖੇ ਬੱਚਿਆਂ ਨੂੰ, ਹੁਣ ਜਿੱਦਾਂ ਪਹਿਲਾਂ ਅਸੀਂ BSc ਤੋਂ ਬਾਅਦ ਉਮੀਦ ਕਰਦੇ ਸੀ ਕਿ ਸਾਨੂੰ ਲਾਈਕ ਸਰਕਾਰ ਵੈਕੈਂਸੀਜ਼ ਪ੍ਰੋਵਾਈਡ ਕਰੂਗੀ, ਅਸੀਂ ਇੱਥੇ ਜੌਬ ਕਰਾਂਗੇ। ਉਸ ਤੋਂ ਬਾਅਦ MSc ਅਸੀਂ ਇਸ ਉਮੀਦ ਦੇ ਵਿੱਚ ਕੀਤੀ ਕਿ ਚਲੋ ਅੱਗੇ ਜਾ ਕੇ ਹੋ ਸਕਦਾ ਕਿ ਵੈਕੈਂਸੀਜ਼ ਮਿਲਣ ਤੇ ਅਸੀਂ ਜੌਬਸ ਤੇ ਲੱਗੀਏ। ਹੁਣ ਮੈਂ ਮਤਲਬ ਲਾਈਕ ਮੇਰੀ ਤਰ੍ਹਾਂ ਹੋਰ ਕਾਫੀ ਬੱਚੇ ਜਿਹੜੇ ਹੈਗੇ ਆ PhD ਕਰ ਰਹੇ ਆ ਜਾਂ ਫਾਈਨਲ ਈਅਰ 'ਚ ਨੇ ਜਾਂ ਕਰ ਚੁੱਕੇ ਆ, ਉਹ ਵੀ ਹਲੇ ਇਸ ਚੀਜ਼ ਦੀ ਵੇਟ ਕਰ ਰਹੇ ਆ। ਤਾਂ ਹੁਣ ਇਹੀ ਓਬਵੀਅਸਲੀ ਰੀਜ਼ਨ ਹੋ ਸਕਦਾ, ਕਿਉਂਕਿ ਜਿਹੜੇ ਬੱਚੇ ਸਾਡੇ ਤੋਂ ਜੋ ਜੂਨੀਅਰ ਹੈ ਉਹ ਹੀ ਦੇਖਦੇ ਆ ਕਿ ਮਤਲਬ ਬੱਚੇ ਜਿਹੜੇ PhD ਕਰ ਰਹੇ ਆ ਜਾਂ ਕਰ ਚੁੱਕੇ ਆ, ਉਹ ਵੀ ਇਸ ਤਰ੍ਹਾਂ ਲਾਈਕ ਵੀ ਇਹਨਾਂ ਨੂੰ ਕੋਈ ਜੌਬਸ ਨਹੀਂ ਪ੍ਰੋਵਾਈਡ ਹੋ ਰਹੀਆਂ, ਤਾਂ ਕਰਕੇ ਇਹ ਰੀਜ਼ਨ ਹੋ ਸਕਦਾ ਕਿ ਬੱਚੇ ਜਿਹੜੇ ਬਾਹਰ ਜਾ ਰਹੇ ਨੇ। ਤੇ ਹੁਣ ਮੰਨ ਲਓ ਮੰਗਾਂ ਨਹੀਂ ਪੂਰੀ ਕੀਤੀ ਜਾਂਦੀਆਂ, ਸਰਕਾਰ ਨਹੀਂ ਮੰਨਦੀ, ਤਾਂ ਉਸ ਤੋਂ ਬਾਅਦ ਕੀ ਕੀਤਾ ਜਾਊ ਤੁਹਾਡੇ ਸਟੂਡੈਂਟਸ ਦੇ ਵੱਲੋਂ? ਅਸੀਂ ਜੀ ਇਸੇ ਤਰ੍ਹਾਂ ਲਾਈਕ ਆਪਣਾ ਰੱਖਾਂਗੇ, ਜਿੰਨਾ ਟਾਈਮ ਤੱਕ ਸਰਕਾਰ ਤੱਕ ਸਾਡੀ ਆਵਾਜ਼ ਨਹੀਂ ਪਹੁੰਚਦੀ ਤੇ ਉਹ ਸਾਡੀ ਪ੍ਰੋਬਲਮ ਸੌਰਟ ਆਊਟ ਨਹੀਂ ਕਰਦੀ। ਸੋ ਇਹ ਸਟੂਡੈਂਟ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਹਰ ਇੱਕ ਸਟੂਡੈਂਟ ਇੱਥੇ ਜਿਹੜਾ ਖੜਿਆ ਹੋਇਆ ਹੈ। ਜੇ ਹੁਣ ਗੱਲ ਕੀਤੀ ਜਾਵੇ ਸਟੂਡੈਂਟ ਚਾਹੇ ਬਾਹਰ ਜਾਣ ਨੂੰ ਕਾਲੇ ਹੋਣ, ਚਾਹੇ ਇੱਥੇ ਰਹਿਣ ਦੇ ਲਈ ਕਾਲੇ ਹੋਣ, ਨੌਕਰੀ ਲੈਣ ਨੂੰ ਕਾਲੇ ਹੋਣ, ਲੇਕਿਨ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਕੀ ਲੱਗਦਾ ਕਿ ਕਿੰਨੀ ਦੇਰ ਤੱਕ ਮੰਗ ਜਿਹੜੀ ਹੈ ਪੂਰੀ ਜਿਹੜੀ ਕੀਤੀ ਜਾਊਗੀ? ਮੈਂ ਇਹ ਕਹਿਣਾ ਜੀ, ਮਤਲਬ ਕਿ ਜਿੰਨਾ ਟਾਈਮ ਪੰਜਾਬ ਸਰਕਾਰ ਸਾਡੀ, ਮਤਲਬ ਕਿ ਆਮ ਆਦਮੀ ਪਾਰਟੀ ਮਾਨ ਸਰਕਾਰ ਸਾਡੀਆਂ ਮਤਲਬ ਮੰਗਾਂ ਨਹੀਂ ਮੰਨਦੀ, ਉਹਨਾਂ ਟਾਈਮ ਸਾਡਾ ਸੰਘਰਸ਼ ਇੱਦਾਂ ਹੀ ਰਹੂਗਾ। ਤੇ ਇਹ ਹਜੇ ਸਟਾਰਟਿੰਗ ਆ ਤੇ ਇਹਦਾ ਐਂਡ ਹਜੇ ਬਹੁਤ ਅੱਗੇ ਜਾ ਕੇ ਹੋਣਾ। ਤੇ ਇੱਕ ਡਾਟੇ ਅਕੋਰਡਿੰਗ ਕਹਿਣਾ, ਹਰ ਸਾਲ 10 ਲੱਖ ਬੱਚਾ ਇੱਥੋਂ ਗ੍ਰੈਜੂਏਸ਼ਨ ਕਰਕੇ ਨਿਕਲਦਾ ਇੰਡੀਆ ਦੇ ਵਿੱਚੋਂ, ਪਰ ਇਹਨਾਂ ਕੋਲੇ ਪੋਸਟਾਂ ਕਿੰਨੀਆਂ ਹੁੰਦੀਆਂ ਨੇ ਇਹ ਨਾ ਬਰਾਬਰ ਹੈ। 1 ਜਾਂ 2% ਜਾਂ 10,000 ਜਾਂ 20,000 ਮਤਲਬ ਕਿ ਇਹਨਾਂ ਕੋਲੇ ਵੈਕੈਂਸੀਜ਼ ਹੁੰਦੀਆਂ ਨੇ, ਜਿਹੜੀਆਂ ਇੱਕ ਨਾ ਬਰਾਬਰ ਹੈ। ਉਹ ਵੀ ਮਤਲਬ ਕਿ ਸਾਡੇ ਹੁਣ ਇਹਨਾਂ ਨੇ 26,000 ਪੋਸਟ ਕੱਢੀ ਆ, ਉਹਦੇ ਵਿੱਚੋਂ ਇੱਕ ਪੋਸਟ ਵੀ ਹੈ ਨਹੀਂ ਜਿਹੜੀ ਮਤਲਬ ਕਿ ਐਗਰੀਕਲਚਰ ਸੈਕਟਰ ਨਾਲ ਰਿਲੇਟ ਕਰਦੀ ਹੋਵੇ। ਤੇ ਮਤਲਬ ਮੈਂ ਇਹੀ ਕਹਿਣਾ ਚਾਹੁੰਦਾ, ਮਤਲਬ ਕਿ ਵੀ ਮਾਨ ਸਰਕਾਰ ਨੂੰ ਚਾਹੀਦਾ ਵੀ ਮਤਲਬ ਕਿ ਉਹ ਐਗਰੀਕਲਚਰ ਸੈਕਟਰ ਵੱਲ ਧਿਆਨ ਦੇਵੇ। ਇਹ ਇੱਕ ਮੇਨ ਸੈਕਟਰ ਹੈ ਜਿਹੜਾ ਪੰਜਾਬ ਨੂੰ ਮਤਲਬ ਕਿ ਬਚਾਈ ਬੈਠਾ, ਇਸ ਲਈ ਉਹਨੂੰ ਚਾਹੀਦਾ। ਤੁਹਾਡਾ ਕੀ ਕਹਿਣਾ ਜੀ? ਸਾਡਾ ਇਹੀ ਕਹਿਣਾ ਹੈ ਜੀ, ਜੋ ਸਾਨੂੰ ਤਕਰੀਬਨ 1.5 ਸਾਲ ਹੋ ਗਿਆ
ਮੰਗ ਪੱਤਰ ਦਿੰਦਿਆਂ ਨੂੰ ਅਸੀਂ ਪਹਿਲਾਂ ਕਾਂਗਰਸ ਸਰਕਾਰ ਦਾ ਕੋਈ ਵੀ ਮੰਤਰੀ ਨਹੀਂ ਛੱਡਿਆ, ਸੀਐਮ ਹਾਊਸ ਵੀ ਗਏ। ਉਸ ਤੋਂ ਬਾਅਦ ਚੋਣ ਪ੍ਰਚਾਰ ਦੌਰਾਨ ਜਦੋਂ ਵੀ ਭਗਵੰਤ ਮਾਨ ਨੇ ਸਾਨੂੰ ਇਹ ਦਿਲਾਸਾ ਦਿਵਾਇਆ ਕਿ ਜਦੋਂ ਵੀ ਸਾਡੀ ਸਰਕਾਰ ਆਊਗੀ ਤਾਂ ਖੇਤੀਬਾੜੀ ਮਹਿਕਮੇ ਦੇ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ, ਮਾਸਟਰ ਰੱਖੇ ਜਾਣਗੇ, ਜਾਂ ਇਹ ਕੀਤਾ ਜਾਊਗਾ ਜਾਂ ਉਹ ਕੀਤਾ ਜਾਊਗਾ। ਪਰ ਜਿਹੜੀਆਂ ਪਹਿਲਾਂ ਤੋਂ ਹੀ ਕ੍ਰੈਡਿਟ ਪੋਸਟਾਂ ਨੇ, ਆਲਰੇਡੀ ਕ੍ਰੈਡਿਟ ਪੋਸਟਾਂ ਨੇ ਸਾਡੀਆਂ ਏਡੀਓ ਦੀਆਂ, ਐਚਡੀਓ ਦੀਆਂ, ਐਸਸੀਓ ਦੀਆਂ, ਏਐਸਆਈ ਦੀਆਂ, ਉਹੀ ਨਹੀਂ ਭਰੀਆਂ ਜਾ ਰਹੀਆਂ। ਨਵੀਆਂ ਪੋਸਟਾਂ ਕ੍ਰੀਏਟ ਕਰਨਾ ਤਾਂ ਬਾਅਦ ਦੀ ਗੱਲ ਹੈ। ਹੁਣ ਤੁਸੀਂ ਲਾ ਲਓ ਨਰਮਾ ਪੱਟੀ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ, ਹਰ ਸਾਲ ਖਬਰ ਆਉਂਦੀ ਗੁਲਾਬੀ ਸੁੰਡੀ ਨਾਲ ਨੁਕਸਾਨ ਹੁੰਦਾ, ਚਿੱਟੇ ਮੱਛਰ ਨਾਲ ਨੁਕਸਾਨ ਹੁੰਦਾ। ਇੱਕ ਏਡੀਓ ਕੋਲ 700-800 ਏਕੜ ਰਕਬਾ ਹੈ ਤਕਰੀਬਨ, ਤਾਂ ਉਹ ਇੱਕ ਏਡੀਓ ਤੁਸੀਂ ਆਪ ਹਿਸਾਬ ਲਾਓ ਕਿੰਨਾ ਉਹ ਕਿਵੇਂ ਸੰਭਾਲ ਸਕਦਾ ਇਹਨਾਂ ਏਰੀਆ ਤੇ ਕਿਵੇਂ ਕਿਸਾਨਾਂ ਨੂੰ ਸਹੀ ਜਾਣਕਾਰੀ ਪਹੁੰਚ ਸਕਦੀ ਹੈ। ਇਹ ਸਭ ਮੁਲਾਜ਼ਮਾਂ ਦੀ ਘਾਟ ਕਰਕੇ ਜਿਹੜੀ ਹੈ ਕਿਸਾਨੀ ਦਿਨੋਂ ਦਿਨ ਜਿਹੜਾ ਪੱਧਰ ਆ ਉਹ ਥੱਲੇ ਜਾਂਦਾ ਰਿਹਾ, ਖੁਦਕੁਸ਼ੀਆਂ ਵੱਧ ਰਹੀਆਂ ਨੇ। ਇਹ ਸਭ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਹੀ ਆ। ਇਹ ਅਖੀਰਲਾ ਸਵਾਲ ਹੈ ਜੀ ਮੇਰਾ, ਕੀ ਜਿਹੜਾ ਲੱਗਦਾ ਕਿ ਨੌਜਵਾਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਹੋਣਗੀਆਂ? ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਚੌਥਾ ਦਿਨ ਤੁਹਾਨੂੰ ਅੱਜ ਪ੍ਰੋਟੈਸਟ ਦਾ ਵੀ ਹੋ ਚੁੱਕਿਆ ਹੈ, ਕਿ ਜਲਦੀ ਜਦੋਂ ਜਲਦੀ ਤੁਹਾਡੀ ਮੰਗ ਮੰਨੀ ਜਾਊਗੀ ਲੱਗਦਾ ਤੁਹਾਨੂੰ? ਇਹ ਸਾਰੇ ਨੌਜਵਾਨ ਸਾਰੇ ਮਹੀਨਿਆਂ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਆ। ਪਿਛਲੀ ਸਰਕਾਰ ਨੂੰ ਮੰਗ ਪੱਤਰ ਦਿੱਤੇ, ਇਸ ਸਰਕਾਰ ਨੂੰ ਮੰਗ ਪੱਤਰ ਦਿੱਤੇ, ਪਰ ਸਰਕਾਰ ਸਾਡੀ ਬਹੁਤ ਢੀਠ ਹੈ। ਸਾਡੇ ਸਾਰੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਆਪਣੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਆ। ਕਿਤੇ ਟੀਚਰ ਲੜ ਰਹੇ ਆ, ਕਿਤੇ ਬੇਰੁਜ਼ਗਾਰ ਖੇਤੀਬਾੜੀ ਅਫਸਰ ਅਸੀਂ ਲੜ ਰਹੇ ਹਾਂਗੇ, ਪਰ ਇਹ ਸਾਡੀ ਮੰਗ ਨਹੀਂ ਮੰਨੀ ਜਾ ਰਹੀ। ਸਰਕਾਰ ਇੰਨੀ ਢੀਠ ਆ ਕਿ 10 ਦਿਨ ਹੋ ਚੁੱਕੇ ਆ ਕਿ ਇੱਥੋਂ ਕੋਈ ਐਮਐਲਏ ਨੂੰ ਸਾਡੀ ਸਾਰ ਲੈਣ ਦਾ ਟਾਈਮ ਨਹੀਂ ਨਿਕਲ ਸਕਿਆ। ਇੱਥੇ ਕੋਈ ਸਰਕਾਰ ਨੂੰ ਜੇ ਕੁਝ ਅਸੀਂ ਕਹਿਣੇ ਹੈਗੇ ਤਾਂ ਉਹਨਾਂ ਕੋਲ ਇੱਕ ਬਿਆਨ ਨਹੀਂ ਦਿੱਤਾ ਜਾਂਦਾ ਵੀ ਅਸੀਂ ਛੇਤੀ ਤੁਹਾਡਾ ਹੱਲ ਕਰਾਂਗੇ। ਉਹ ਸਿਰਫ ਇੱਕ ਫੋਕਾ ਲਾਰਾ ਵੀ ਨਹੀਂ ਲਾ ਸਕਦੇ ਹਜੇ ਤੱਕ, ਤੇ ਅਸੀਂ ਇੱਥੇ ਇੰਨੇ ਦਿਨਾਂ ਤੋਂ ਬਾਹਰ 'ਚ ਖੜੇ ਆ। ਇੱਥੇ 1 ਨੰਬਰ ਗੇਟ ਦੇ ਉੱਤੇ ਮੀਂਹ ਪੈਂਦਾ, ਇੱਥੇ ਗਰਮ ਹਵਾਵਾਂ ਚੱਲਦੀਆਂ, ਪਰ ਸਰਕਾਰ ਨੂੰ ਸਾਡੀ ਕੋਈ ਫਿਕਰ ਨਹੀਂ ਹੈਗੀ। ਇਹਦਾ ਮਤਲਬ ਇਹੀ ਆ ਵੀ ਸਰਕਾਰ ਢੀਠ ਹੈ ਤੇ ਸਰਕਾਰ ਸਾਡੀਆਂ ਮੰਗਾਂ ਸੁਣਨ ਵਾਸਤੇ ਸਿੰਸੀਅਰ ਨਹੀਂ ਹੈਗੀ। ਇਸ ਕਰਕੇ ਅਸੀਂ ਕਹਿੰਦੇ ਆ ਵੀ ਅਸੀਂ ਸੰਘਰਸ਼ ਦਾ ਰਾਹ ਤਾਂ ਚੁਣਿਆ ਕਿਉਂਕਿ ਸਰਕਾਰ ਨੂੰ ਸੰਘਰਸ਼ ਦੀ ਆਵਾਜ਼ ਹੀ ਸੁਣਦੀ ਆ ਤੇ ਸਰਕਾਰ ਨੂੰ ਸਾਡੀ ਆਵਾਜ਼ ਸੁਣਨੀ ਪਊਗੀ। ਹਜੇ ਤਾਂ ਨੌਜਵਾਨਾਂ ਦੇ ਪੇਪਰ ਚੱਲਦੇ ਆ, ਜੋ ਪੇਪਰ ਮੁੱਕ ਕੇ ਸਾਡਾ ਸੰਘਰਸ਼ ਹੋਰ ਵਧੂਗਾ, ਅੱਗੇ ਫੈਲੂਗਾ, ਤਾਂ ਸਰਕਾਰ ਨੂੰ ਗੱਲ ਸੁਣਨੀ ਪੈਣੀ ਸਾਡੀ। ਅਸੀਂ ਨੇ ਇੱਕ ਗੱਲ ਹੋਰ ਸੋਚ ਕੇ ਮਾਨ ਸਰਕਾਰ ਨੂੰ ਚੁਣਿਆ ਸੀ ਕਿ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਮਤਲਬ ਉਹ ਤੋਂ ਵਧੀਆ ਕੁਝ ਲੈ ਕੇ ਆਊਗੀ ਤੇ ਵਧੀਆ ਕੁਝ ਕਰਕੇ ਦਿਖਾਊਗੀ। ਅਸੀਂ ਘਰਦਿਆਂ ਨਾਲ ਲੜ ਕੇ ਮਤਲਬ ਕਿ ਠੀਕ ਹੈ ਵੋਟਾਂ ਪਾਈਆਂ ਸੀ ਤੇ ਯਾਰਾਂ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਵੀ ਪਾਈਆਂ ਸੀ, ਪਰ ਮਾਨ ਸਰਕਾਰ ਦਾ ਉਹੀ ਰੁਤਬਾ, ਉਹੀ ਮਤਲਬ ਕਿ ਹੁਲੀਆ ਜੋ ਪਹਿਲਾਂ ਵਾਲੀਆਂ ਸਰਕਾਰਾਂ ਜਿਵੇਂ ਕਾਂਗਰਸ ਸਰਕਾਰ ਸੀ, ਅਕਾਲੀ ਸਰਕਾਰ ਸੀ, ਜੋ ਪਹਿਲਾਂ ਹੋ ਰਿਹਾ ਸੀ। ਇਹ ਸੰਘਰਸ਼ ਦਾ ਰਾਹ ਜੋ ਬੂਟ ਪਾਲਸਾਂ ਕਰ ਰਹੇ ਆ ਸਬਜ਼ੀਆਂ ਦੀ ਰੇਹੜੀ ਲੱਗੀ ਆ, ਪਕੌੜੇ ਕੱਢ ਰਹੇ ਨੇ, ਚਾਹ ਦਸਤਰ ਦਾ, ਇਹ ਪਹਿਲਾਂ ਵੀ ਹੋ ਰਿਹਾ ਸੀ ਤੇ ਹੁਣ ਵੀ ਉਹੀ ਹੋ ਰਿਹਾ। ਮੈਨੂੰ ਉਮੀਦ ਸੀ ਕਿ ਮਾਨ ਸਰਕਾਰ ਦੀ ਮਤਲਬ ਸਰਕਾਰ ਵੇਲੇ ਠੀਕ ਹੈ ਇਹ ਚੀਜ਼ਾਂ ਨਹੀਂ ਹੋਣਗੀਆਂ। ਸਟ੍ਰਾਈਕ ਹੁਣ ਵੀ ਚੱਲ ਰਹੀ ਹੈ ਤੇ ਪਹਿਲਾਂ ਵੀ ਚੱਲ ਰਹੀ ਸੀ। ਸੋ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡਾ ਮਤਲਬ ਕਿ ਸਾਡੇ ਵੱਲ ਕੁਝ ਧਿਆਨ ਦਿੱਤਾ ਜਾਵੇ। ਜੇ ਤੁਸੀਂ ਸਾਡੀ ਮੰਗ ਨਾ ਸੁਣੀ ਤਾਂ ਇਹ ਸੰਘਰਸ਼ ਹੋਰ ਤੇਜ਼ ਹੋਊਗਾ। ਇਸ ਲਈ ਸੋ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਮੰਗ ਇਹ ਹੈ ਕਿ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣ, ਉਹ ਅਸਾਮੀਆਂ ਖਾਲੀ ਨੇ, ਅਗਰ ਉਹ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ ਤਾਂ ਇਹਨਾਂ ਦਾ ਜਿਹੜਾ ਵਿਰੋਧ ਹੈ ਹੋਰ ਤੇਜ਼ ਹੋਵੇਗਾ। ਸੋ ਵਧੇਰੇ ਅਪਡੇਟਸ ਜੁੜੋ ਦਾ ਕੈਮਰਾਮੈਨ ਦੀ ਪੱਕੀ ਨਾਲ